नमस्कार, आप सभी का स्वागत चौपाल चर्चा में। मैं हूं मुकुल शर्मा। चौपाल चर्चा कार्यक्रम में आपको लगातार हम जानकारी देते हैं किस तरीके से सरकारी योजनाओं का क्रियान्वयन हो रहा है और कैसे कैसे हर एक गांव तक जागरूकता फैलाई जा रही है। कार्यक्रम में खास तौर से आज आपको हम जानकारी देंगे पराली प्रबंधन के बारे में भी, और इसके लिए हमने दौरा किया पंजाब के अलग अलग जिलों का। किसान बहनों भाइयों, जैसा हमने आपको बताया कि पंजाब के खासतौर से संगरूर ज़िले की अगर बात की जाए, यहाँ एक गांव है जिसका नाम है खेड़ी कोनोई। यहाँ हम पहुँचे हैं और ख़ासतौर से जो किसान बहन भाई हैं, इनकी चौपाल पर क्या कुछ जानकारी दी जाती है पराली प्रबंधन को लेकर, आइए देखते हैं। ਅੱਜ ਅਸੀਂ ਪਹੁੰਚੇ ਹਾਂ ਆਪਣੀ ਟੀਮ ਸਮੇਤ ਪਿੰਡ ਕਨੋਈ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਇੱਥੇ ਅਸੀਂ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਵੱਲੋਂ ਇਹ ਪਿੰਡ ਨੂੰ ਅਪਣਾਇਆ ਹੋਇਆ ਤੇ ਇੱਥੋਂ ਅਸੀਂ ਜਿਹੜਾ ਆਪਣੇ ਪੰਜਾਬ ਨੂੰ ਆਪਣੀ ਆਬੋ ਹਵਾ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਜਿਹੜੀ ਮੁਹਿੰਮ ਸ਼ੁਰੂ ਤੋਰੀ ਹੋਈ ਹੈ ਤੇ ਸਾਡੀ ਮੁਹਿੰਮ ਨੂੰ ਜਿਹੜਾ ਕਾਮਯਾਬੀ ਮਿਲ ਰਹੀ ਹੈ ਇਸ ਪਿੰਡ ਦੇ ਵਿੱਚ। ਤੇ ਸਭ ਤੋਂ ਵਿਲੱਖਣ ਗੱਲ ਇਹ ਹੈ ਵੀ ਇਸ ਪਿੰਡ ਦੇ ਵਿੱਚ ਸਾਡੇ ਇਸ ਪਿੰਡ ਦੀ ਜੰਮਪਲ ਸਰਦਾਰ ਹਰਮਿਲਾਪ ਸਿੰਘ ਦੀ ਸਪੁੱਤਰੀ ਸ਼੍ਰੀ ਅਮਨਦੀਪ ਕੌਰ ਤੇ ਇਹਨਾਂ ਨੇ ਇਸ ਮੁਹਿੰਮ ਨੂੰ ਸਾਡਾ ਸਾਥ ਦਿੱਤਾ। KVK ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਸੰਗਰੂਰ ਦਾ ਤੇ ਇੱਕ ਮਿਸਾਲ ਪੈਦਾ ਕਰ ਰਹੇ ਨੇ ਇਹ ਤੇ ਇਹ ਆਪ ਖੁਦ ਜਿਹੜੀਆਂ ਅਸੀਂ ਮਸ਼ੀਨਾਂ ਇਜਾਦ ਕੀਤੀਆਂ ਨੇ ਤੇ ਸਿਫਾਰਿਸ਼ ਕੀਤੀਆਂ ਨੇ ਵੀ ਹੈਪੀ ਸੀਡਰ ਮਸ਼ੀਨ ਹੈ, ਇਹਦੇ ਨਾਲ ਇਹਦੀ ਵਰਤੋਂ ਕਰਕੇ ਆਪਾਂ ਪਰਾਲੀ ਨੂੰ ਝੋਨੇ ਦੇ ਜਿਹੜਾ ਖੜੇ ਕਰਚਿਆਂ ਦੇ ਵਿੱਚ ਬਿਜਾਈ ਕਰ ਸਕਦੇ ਹਾਂ ਬਿਨਾਂ ਅੱਗ ਲਾਏ। ਤੇ ਇਸ ਮਸ਼ੀਨ ਨੂੰ ਚਲਾ ਕੇ ਨਾ ਸਿਰਫ ਆਪਣੇ ਪਿੰਡ ਤੇ ਸਗੋਂ ਨੇੜੇ ਤੇੜੇ ਦੇ ਆਂਢੀਆਂ ਗੁਆਂਢੀਆਂ ਤੇ ਆਪਣੇ ਹੋਰ ਪਿੰਡਾਂ ਦੇ ਵਿੱਚ ਵੀ ਇਹ ਤਕਨੀਕ ਦੇ ਪਸਾਰ ਵਿੱਚ ਸਾਡਾ ਜਿਹੜਾ ਮਨੋਬਲ ਤੇ ਜਿਹੜਾ ਉੱਚਾ ਕਰ ਰਹੀ ਹੈ। ਸੋ ਅੱਜ ਅਸੀਂ ਖਾਸ ਤੌਰ ਤੇ ਇਹਨਾਂ ਦੇ ਵਿਚਾਰ ਜਾਣਾਂਗੇ ਵੀ ਇਹਨਾਂ ਨੇ ਇਹ ਬਿਨਾਂ ਅੱਗ ਲਾਏ ਜਿਹੜੀ ਹੈ ਕਣਕ ਦੀ ਬਿਜਾਈ ਕਿਉਂ ਸ਼ੁਰੂ ਕੀਤੀ, ਕੀ ਇਹਨਾਂ ਦੇ ਖਿਆਲ ਮਨ ਦੇ ਵਿੱਚ ਆਇਆ ਵੀ ਇਹ ਜਿਹੜਾ ਇਸ ਤਕਨੀਕ ਵਾਲੇ ਪਾਸੇ ਮੁੜੇ। ਸੋ ਅਸੀਂ ਅਮਨਦੀਪ ਜੀ ਨਾਲ ਗੱਲ ਕਰਦੇ ਹਾਂ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਆਪਣੇ ਪਾਪਾ ਨਾਲ ਖੇਤਾਂ ਵਿੱਚ ਕੰਮ ਕਰਾਉਣੀ ਆ। ਅਸੀਂ 2007-08 ਦੇ ਵਿੱਚ ਹੈਪੀ ਸੀਡਰ ਨਾਲ ਬੀਜਣ ਲੱਗੇ ਸੀ ਤੇ ਉਦੋਂ ਮੈਨੂੰ ਰੈਸਪੀਰੇਟਰੀ ਪ੍ਰੋਬਲਮ ਰਹਿੰਦੀ ਸੀਗੀ ਤੇ ਉਹਦੇ ਕਰਕੇ ਮੈਨੂੰ ਬਹੁਤ ਔਖਾ ਹੁੰਦਾ ਸੀਗਾ ਸਾਹ ਲੈਣਾ। ਤੇ ਉਦੋਂ ਇੰਨਾ ਹੈ ਨਹੀਂ ਸੀਗਾ, ਸਾਨੂੰ ਮਤਲਬ ਮਸ਼ੀਨਾਂ ਵਗੈਰਾ ਨਹੀਂ ਦਿੱਤੀਆਂ ਹੋਈਆਂ ਸੀਗੀਆਂ। ਤੇ ਹੌਲੀ ਹੌਲੀ ਅਸੀਂ 2007-08 ਦੇ ਵਿੱਚ ਅਸੀਂ 1-2 ਕਿੱਲੇ ਬੀਜਦੇ ਹੁੰਦੇ ਸੀ ਤੇ ਫਿਰ ਅਸੀਂ 2007 ਤਕਰੀਬਨ 9-10 ਦੇ ਵਿੱਚ ਅਸੀਂ ਹਟ ਗਏ ਸੀ, ਕਿਉਂਕਿ ਇਹ ਇਕੱਲਾ ਇੱਕ ਕਿਸਾਨ ਦਾ ਤਾਂ ਹੈ ਨਹੀਂ ਕਿ ਇਕੱਲਾ ਇੱਕ ਕਿਸਾਨ ਕਰ ਸਕਦਾ ਹੈਗਾ। ਅਗਰ ਸਰਕਾਰ ਕੁਝ ਕਰੂਗੀ ਤਾਂ ਹੀ ਕਿਸਾਨ ਅੱਗੇ ਕੁਝ ਕਰਨਗੇ। ਤੇ 2015-16 ਤੋਂ ਮੈਂ ਪਾਪਾ ਨਾਲ ਸਾਰਾ ਕਰਵਾ ਰਹੀ ਹਾਂ ਤੇ ਅਸੀਂ ਸਾਰੀ ਇਸ ਵਾਰ ਕਣਕ ਬਿਨਾਂ ਅੱਗ ਲਗਾਈ ਬੀਜੀ। ਮੇਰੇ ਨਾਨਕਾ ਪਰਿਵਾਰ ਵੀ ਸਾਡੇ ਨਾਲ ਇਸ ਵਾਰ ਜੁੜਿਆ ਤੇ ਉਹਨਾਂ ਨੇ ਵੀ ਸਾਰੀ ਆਪਣੀ ਜਿਹੜੀ ਕਣਕ ਹੈਗੀ ਬਿਲਕੁਲ ਬਿਨਾਂ ਅੱਗ ਲਗਾਏ ਬੀਜੀ ਆ। ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਇਸ ਗੱਲ ਤੇ ਕਿ ਜਦੋਂ ਮੈਨੂੰ ਪਿੰਡ ਵਿੱਚ ਵੀ ਜਾਣਦੇ ਆ ਤੇ ਹੁਣ ਜਿਹੜੀ ਕਿਉਂਕਿ ਇਸ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਵਾਤਾਵਰਨ ਖਰਾਬ ਹੁੰਦਾ ਅਗਰ ਆਪਾਂ ਅੱਗ ਲਗਾਉਂਦੇ ਹਾਂ ਤੇ ਇਹਦੇ ਨਾਲ ਜਿਹੜੇ ਜੀਵ ਜੰਤੂ ਨੇ ਉਹ ਵੀ ਬਹੁਤ ਜ਼ਿਆਦਾ ਮਰਦੇ ਨੇਗੇ। ਤੇ ਅਗਰ ਆਪਾਂ ਕਿਸਾਨ ਨਹੀਂ ਸੋਚਾਂਗੇ ਇਸ ਗੱਲ ਬਾਰੇ ਤੇ ਫਿਰ ਕੌਣ ਸੋਚੂਗਾ, ਤੇ ਇਹੀ ਮੇਰਾ ਕਹਿਣਾ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਅਮਨਦੀਪ ਜੀ ਦੇ ਪਿਤਾ ਜੀ ਸਰਦਾਰ ਹਰਮਿਲਾਪ ਸਿੰਘ ਜੀ ਨਾਲ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਵੀ ਜਦੋਂ ਉਹਨਾਂ ਦੀ ਬੇਟੀ ਉਹਨਾਂ ਦੇ ਨਾਲ ਖੇਤਾਂ ਦੇ ਵਿੱਚ ਟਰੈਕਟਰ ਨਾਲ ਹੈਪੀ ਸੀਡਰ ਜੋੜ ਕੇ ਕਣਕ ਦੀ ਬਿਜਾਈ ਕਰਦੀ ਹੈ। ਬਹੁਤ ਸੋਹਣਾ ਲੱਗਦਾ ਸਰ। ਅਸੀਂ ਇਹ ਪਹਿਲਾਂ ਛੋਟੀ ਹੁੰਦੀ ਟਰੈਕਟਰ ਤੇ ਬਿਠਾ ਕੇ ਲੈ ਜਾਣਾ ਜੀ ਖੇਤ, ਇਹਨੂੰ ਹੌਲੀ ਹੌਲੀ ਜਦੋਂ ਆਪਣਾ ਹੈਪੀ ਸੀਡਰ ਚੱਲਿਆ ਅੱਗ ਲਾਉਣ ਵਾਲਾ, ਇਸ ਮੁਹਿੰਮ ਦੇ ਵਿੱਚ KVK ਸੰਗਰੂਰ ਤੇ ਆਪਣਾ ਯੂਨੀਵਰਸਿਟੀ ਦੇ ਨਾਲ ਅਸੀਂ ਜੁੜ ਕੇ ਇਹਦੇ ਨਾਲ ਜੋੜਿਆ। ਇਹਨੂੰ ਵੀ ਚਾਅ ਸੀਗਾ ਵੀ ਟਰੈਕਟਰ ਦੇ ਨਾਲ ਮੈਂ ਚਲਾਵਾਂ ਟਰੈਕਟਰ। ਹੁਣ ਇਹ ਲਗਭਗ 4 ਸਾਲ ਤੋਂ ਲੈ ਕੇ ਇਹ ਨਾਲ ਸਾਡੇ ਹੁੰਦੀ ਹੈ ਜੀ ਟਰੈਕਟਰ ਦੇ, ਤੇ ਆਪ ਟਰੈਕਟਰ ਚਲਾਉਂਦੀ ਹੈ, ਸਾਰੀ ਬੀਜਦੀ ਹੈਗੀ, ਸਾਡੇ ਨਾਲ ਟਰੈਕਟਰ ਚਲਾਉਂਦੀ ਹੈ ਜੀ। ਕਦੇ ਮੈਂ ਤਾਂ ਸੋਚਿਆ ਨਹੀਂ ਹੈਗਾ ਵੀ ਇਹ ਮੁੰਡਾ ਜਾਂ ਕੁੜੀ ਹੈਗਾ, ਸਾਨੂੰ ਤਾਂ ਮੁੰਡੇ ਵਾਂਗੂ ਲੱਗਦੀ ਹੈ ਤੇ ਸਾਡੇ ਨਾਲ ਬਹੁਤ ਵਧੀਆ ਕੰਮ ਕਰਾਉਂਦੀ ਹੈ ਜੀ ਇਹ।
ਸਾਰੀ ਖੇਤੀਬਾੜੀ ਹੈ ਜਿੰਨੀ ਸਾਡੀ 40-45 ਏਕੜ ਸਾਰੀ ਹੈਪੀ ਸੀਡਰ ਨਾਲ ਅਸੀਂ ਇਹਨੂੰ ਨਾਲ ਜੋੜ ਕੇ ਟਰੈਕਟਰ ਇਹ ਚਲਾਉਂਦੀ ਹੈ, ਵਿੱਚ ਮੈਂ ਵੀ ਚਲਾਉਣਾ, ਰਲ ਮਿਲ ਕੇ ਅਸੀਂ ਸਾਰੀ ਬੀਜਦੇ ਹਾਂ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਸਰ ਇਹਦੀ। किसान वीरों, आपने संगरूर जिले के एक छोटे से गांव कनोई की एक छोटी सी बिटिया की आपने कहानी सुनी। मैं ये कहना चाहता हूँ, बेटी बचाओ बेटी पढ़ाओ, ये एक जीता जागता एग्जाम्पल है इस चीज़ का कि वो किस तरह से पढ़ाई भी कर रही है और साथ में अपने फैमिली की खेती के अंदर भी मदद कर रही है। क्योंकि इसको सांस की प्रॉब्लम थी, इसने अपने पापा से रिक्वेस्ट किया था कि आप आग लगाने वाला जो धंधा है गांव के अंदर किसी तरह से बंद कराओ। इसने आगे बढ़ के हैप्पी सीडर 2015-16 के अंदर स्टार्ट किया था। पहले थोड़े एरिया में एक्सपेरिमेंट किया, अब इनके 40-45 एकड़ की जो ज़मीन है उस सारे के अंदर ये हैप्पी सीडर से सोइंग करते हैं। मुझे बड़ी खुशी है, इनके पिताजी को भी मैं बधाई देना चाहता हूँ कि इन्होंने अपनी बेटी को आगे बढ़ाने की पूरी कोशिश की। और मेरे को अभी बातों में पता लगा था कि इसने बाहर जाने का भी प्लान बनाया था, लेकिन अब ये इस बात के ऊपर खुश है कि नहीं, मैं तो अपने गांव के अंदर ही रहूंगी और यहीं की खेती में पापा की मदद करूंगा। देखो, ये एक जीता जागता एग्जाम्पल है। इसी तरह से किसान भाइयों, आप अपने बेटियों को भी आगे बढ़ाएंगे। मुझे ऐसा लगता है कि वो दिन आ चुका है कि हम अपनी बेटियों को भी इस सिलसिले में हमारे साथ जोड़ें। और ये लड़कियां और ये बेटियां जब आगे बढ़ेगी तो हमें एक तरफ तो खुशी होगी, दूसरी तरफ हम पूरी दुनिया के अंदर अपना रुतबा ही मनवा सकते हैं। मैं इस पराले के लिए जो इन्होंने काम किया है, बेटी अमनदीप कौर को भी मैं बधाई देना चाहता कि इसकी एक बड़ी अच्छी सोच है। आज के दिन इसको स्कूल में और अपने कॉलेज में जब जाती है यहाँ से, तो ये और लड़कियाँ भी इसको प्रेज करती है। और रेला हमेशा इसी तरह से जुड़ता है, स्टार्टिंग एक से ही होती है। आने वाले समय मुझे लगता है कि और बेटियाँ भी और किसान अपनी बेटियों को भी इस मुहिम के अंदर आगे लेके आएंगे। मैं एक बार फिर पूरे परिवार को, आप सबको धन्यवाद देता हूँ इस काम के लिए। मैं गुरमीत ਸਿੰਘ ਜੀ ਜੋ ਇਸੀ ਪਿੰਡ ਕੇ ਹੈਗੇ, ਉਹਨਾਂ ਤੋਂ ਚਾਹੁੰਦਾ ਕਿ ਬਈ ਉਹ ਵੀ ਆਪਣੇ ਵਿਚਾਰ ਰੱਖਣ ਕਿ ਤੁਸੀਂ ਕੀ ਸੋਚਦੇ ਹੋ ਇਹਦੇ। ਸਾਨੂੰ KVK ਦਾ ਬਹੁਤ ਸਹਿਯੋਗ ਹੈ ਜੀ। ਸਾਨੂੰ ਐਤਕੀ 25 ਬੰਦਿਆਂ ਨੂੰ ਇੱਥੇ ਟ੍ਰੇਨਿੰਗ ਵੀ ਦਿੱਤੀ ਗਈ ਹੈ ਜੀ। ਹੈਪੀ ਸੀਡਰ ਦੇ ਬਾਰੇ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਸਾਨੂੰ ਬੀਜਣ ਵਾਸਤੇ। ਅਸੀਂ 25 ਬੰਦਿਆਂ ਨੇ ਬਗੈਰ ਅੱਗ ਲਾਏ ਜੀ ਸਾਰੀ ਬੀਜੀ ਹੈ ਜੀ ਐਤਕੀ। ਬਹੁਤ ਵਧੀਆ ਫਸਲ ਖੜੀ ਹੈ ਜੀ, ਤੁਸੀਂ ਦੇਖ ਰਹੇ ਹੋ ਜੀ। ਝੋਨੇ ਇਹਦੇ ਵਿੱਚ ਉਹ ਵੀ ਨਹੀਂ ਹੈਗੀ ਜੀ, ਆਪਣਾ ਗੁੱਲੀ ਡੰਡੇ ਦੀ ਬਹੁਤ ਸਮੱਸਿਆ ਘੱਟ ਹੈ ਜੀ। ਬਾਕੀ ਬਹੁਤ ਵਧੀਆ ਲੱਗ ਰਿਹਾ ਜੀ। बहुत ही बढ़िया। किसान वीरों, तो आप भी देख सकते हैं पूरे खेत के अंदर के अब जो ये खर्चे थे इनसे कणक ऊपर आने को है। आने वाले समय के अंदर ये जो पराली है ये सारी की सारी खेत में मिल जानी है और ये एक मिट्टी का ही हिस्सा बन जाना है। उसके अंदर जो पोषण तत्व है वो मिट्टी के अंदर ही बन जाएंगे, जिससे हमारी उर्वरा शक्ति बढ़ेगी। तो मैं इस गांव के कनोई पिंड के किसानों को भी बधाई देना चाहता हूं कि वो इस काम में आगे आए और इन्होंने दूसरे गांव के लिए भी एक एग्जाम्पल प्रस्तुत किया है। ਖੇੜੀ ਤੋਂ ਸਰਦਾਰ ਮਲਕੀਤ ਸਿੰਘ ਜੀ, ਜਿਹੜੇ ਕਿ ਪਿਛਲੇ 3 ਸਾਲ ਤੋਂ KVK ਸੰਗਰੂਰ ਖੇੜੀ ਦੇ ਨਾਲ ਜੁੜ ਕੇ ਹੈਪੀ ਸੀਡਰ ਤਕਨੀਕ ਨੂੰ ਅਪਣਾਇਆ ਹੈ ਤੇ ਅਸੀਂ ਉਹਨਾਂ ਦੇ ਵੀ ਵਿਚਾਰ ਜਾਣਨੇ ਚਾਹਾਂਗੇ। ਸਰਦਾਰ ਮਲਕੀਤ ਸਿੰਘ ਜੀ, ਤੁਸੀਂ ਦੱਸੋ ਵੀ ਪਿਛਲੇ ਜਿਹੜੇ 2-3 ਸਾਲ ਤੋਂ ਤੁਸੀਂ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰ ਰਹੇ ਹੋ, ਤੁਹਾਨੂੰ ਇਹਦੇ ਬਾਰੇ ਕਿਵੇਂ ਲੱਗ ਰਿਹਾ ਹੈ? ਸਰ ਜੀ, ਮੈਨੂੰ ਡਾਕਟਰ ਸਾਹਿਬ ਬਹੁਤ ਵਧੀਆ ਲੱਗਦਾ। ਮੈਂ ਪਿਛਲੇ ਸਾਲ ਵੀ ਕਣਕ ਬੀਜੀ ਤੇ ਇਸ ਸਾਲ ਤਾਂ ਹੋਰ ਮੈਂ ਵਾਧੇ 'ਚ ਆ ਗਿਆ। ਮੈਨੂੰ ਦੂਜੀ ਦੇ ਬਰਾਬਰ ਵਾਂਗੂ ਲੱਗਿਆ ਵੀ ਕੋਈ ਮੈਨੂੰ ਮਾੜਾ ਝਾੜ ਨਹੀਂ ਆਇਆ ਔਰ ਮੈਂ ਸੌਖੇ ਵਾਂਗੂ ਰਿਹਾ। ਸਪਰੇਅ ਕਰਨੀ, ਗੁੱਲੀ ਡੰਡੇ ਦੀ ਘੱਟ ਹੁੰਦਾ ਗੁੱਲੀ ਡੰਡਾ ਦੇ ਵਿੱਚ। ਔਰ ਸਾਨੂੰ ਮਦਦ ਇਸ਼ਾਰਾ KVK ਦਾ, ਜਿਨ੍ਹਾਂ ਨੇ ਕਿ ਸਾਨੂੰ ਇਸ ਲੀਵਲ ਨੂੰ ਤੋਰਿਆ ਵੀ ਵਾਤਾਵਰਨ ਨੂੰ ਬਚਾਉਣਾ, ਅੱਗ ਨਾ ਲਾਓ ਕਿਸਾਨੋ। ਅਸੀਂ ਇਹਨਾਂ ਦੀ ਰਹਿਨਮਾਈ ਹੇਠ, ਇਹਨਾਂ ਦੀ ਗੁਣਵੱਤਾ ਨੂੰ ਮੰਨਦੇ ਹੋਏ ਅਸੀਂ, ਜੋ ਕਿ ਸਾਨੂੰ ਸੰਦ ਵੀ ਯਾਰ ਪੂਰੇ ਦਿੰਦੇ ਨੇ ਖੇਤੀਬਾੜੀ ਦੇ ਵੀ, ਕੋਈ ਵੀ ਕਿਸਾਨ ਬੀਜੋ ਭਾਈ, ਆਓ ਹਟਾਓ ਪ੍ਰਦੂਸ਼ਣ ਨੂੰ ਹਟਾਓ। ਅਸੀਂ ਇਹਨਾਂ ਦੇ ਸਹਿਯੋਗ ਨਾਲ ਇਸ ਚੀਜ਼ ਦਾ ਉਪਰਾਲਾ ਕਰ ਰਹੇ ਹਾਂ। ਐਤਕੀ ਪਿਛਲੇ ਸਾਲ ਮੈਂ 5.5 ਕਿੱਲੇ ਬੀਜੇ ਤੇ ਕਣਕ ਦੇ ਹੈਪੀ ਸੀਡ ਨਾਲ, ਐਤਕੀ ਮੈਂ 8 ਕਿੱਲੇ ਬੀਜੇ ਨੇ, ਹੋਰ ਵਧਿਆਗਾ ਤੇ ਕਣਕ ਤਕਰੀਬਨ ਬਰਾਬਰੀ ਵਗ ਜਾਂਦੀ ਹੈ। ਕੋਈ ਇਹੋ ਜਿਹੀ ਵੈਸੀ ਗੱਲ ਨਹੀਂ, ਸੌਖੀ ਰਹਿੰਦੇ ਸਪਰੇਆਂ ਕਰਨ ਵਗੈਰਾ ਨੂੰ। ਤੇ ਅਸੀਂ KVK ਦੇ ਬਹੁਤ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਕਿ ਸਾਨੂੰ ਇਸ ਉਪਰਾਲੇ ਵੱਲ ਨੂੰ ਲਾਇਆ ਗਾ। ਮੈਂ ਤਾਂ ਜੀਰੀ ਵੀ ਪਿੱਛੇ ਖੁੱਡਾਂ ਦੀ ਉਹ ਬੀਜਣ ਲੱਗ ਗਿਆ। ਮਸ਼ੀਨ ਤਕਰੀਬਨ 2-3 ਸਾਲ ਤੋਂ ਖੁੱਡਾਂ ਦੀ ਉਹ ਬੀਜਦਾ ਆ ਰਹੇ ਜੀ ਮਸ਼ੀਨ ਨਾਲ। ਇਸ ਨਾਲ ਪਾਣੀ ਦੀ ਬਚਤ ਬਹੁਤ ਹੁੰਦੀ ਆ ਤੇ ਫਸਲ ਵੀ ਵਧੀਆ ਹੁੰਦੀ ਹੈ। ਕੋਈ ਬਿਮਾਰੀਆਂ ਵੀ ਕੋਈ ਇੰਨੀ ਖਾਸ ਨਹੀਂ ਲੱਗਦੀਆਂ, ਵਧੀਆ बचत होती है। तो देखा आपने कितनी जागरूकता है खेड़ी कनोई गांव की। अगर बात की जाए, फिलहाल ये जानकारी का सिलसिला आगे भी जारी रहेगा, लेकिन चौपाल चर्चा में वक्त हो चला एक छोटे से ब्रेक का। आप बने रहिए दूरदर्शन किसान पर।
अच्छी होगी भाई। और अब एक जरूरी सूचना, देश के कुछ राज्यों में किसानों द्वारा बड़े पैमाने पर पराली जलाने से आसमान में धुंध छा गई है। लाखों लोगों को सांस लेने में तकलीफ हो रही है। हर साल हम अपना ही घर फूकते हैं और तमाशा बनते हैं। ना, मैं ना मानता। ये काम तो बरसों से होता आ रहा है, अब ऐसा क्या नया आ गया? ये देख लो हमारे रतन काका, पिछले साल की पराली जलाने से जो इनकी खांसी उठी थी, ये अब तक चल रही है। और तो और हमारे सोना उगलने वाली धरती भी बंजर पड़ रही है। बेटा, तुम्हारी बात मान भी ले, पर एक बात बताओ कि पराली को ठिकाने लगाने में भी तो लागत आती है, और ये आग जलाने से ये काम आसानी से हो जाता है। काका ये बात ना रहे, हम कह रहे हैं। देखो, मेरे पास कुछ मशीनों की तस्वीरें भी हैं, मैं तुम्हें दिखाता हूं। ये देखो, ये है हैप्पी सीडर, ये है मल्चर, ये है जीरो टिल ड्रिल, ये है स्ट्रॉ चॉपर, ये है रिवर्सिबल मोल्ड बोर्ड प्लॉ, और ये है रोटावेटर। ये सारी मशीनें अब 50% अनुदान पे मिल रही है, और तो और कस्टम हायरिंग केंद्र लगाने पर सरकार से 80% का अनुदान भी मिलेगा। और ये संकल्प हमारे प्रधानमंत्री जी का है कि अब पराली कोई न जलाए और आधुनिक मशीनों का इस्तेमाल कर पराली खेत में मिलाएं और मिट्टी की गुणवत्ता को बढ़ाएं। ब्रेक के बाद आप सभी का एक बार फिर स्वागत चौपाल चर्चा में। लगातार आपको हम जानकारी दे रहे हैं अलग अलग गांव में पराली प्रबंधन को लेकर कैसी जागरूकता है या किसान कितना जागरूक हो चले हैं। अब आइए रुक करते हैं पंजाब के ही संगरूर जिले में स्थित मुंडवा गांव का। यहाँ किसान कितना जागरूक हैं, आइए देखते हैं इस बारे में। ਸੋ ਹੁਣ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੋੜਾਂ ਵਿਖੇ ਤੇ ਇੱਥੇ ਵੀ ਅਸੀਂ ਦੇਖ ਸਕਦੇ ਹਾਂ ਸਾਰੇ ਪਾਸੇ ਹੈਪੀ ਸੀਡਰ ਦੇ ਨਾਲ ਜਿਹੜੀ ਆ ਕਣਕ ਦੀ ਬਿਜਾਈ ਹੋਈ ਹੈ। ਸੋ ਜਿੱਧਰ ਨੂੰ ਵੀ ਆਪਾਂ ਕੈਮਰੇ ਦਾ ਮੂੰਹ ਕਰਾਂਗੇ ਤਾਂ ਚਾਰੇ ਪਾਸੇ ਆਪਾਂ ਨੂੰ ਜਿਹੜੀ ਹੈ ਹੈਪੀ ਸੀਡਰ ਦੇ ਕਰਚਿਆਂ ਦੇ ਵਿੱਚ ਖੜੀ ਹੋਈ ਕਣਕ ਦੀ ਲਹਿਰਾਉਂਦੀ ਹੋਈ ਫਸਲ ਜਿਹੜੀ ਹੈ ਦਿਖਾਈ ਦੇ ਰਹੀ ਹੈ। ਸੋ ਇਸ ਪਿੰਡ ਦੇ ਵਿੱਚ ਤਕਰੀਬਨ 4500 ਏਕੜ ਰਕਬਾ ਜਿਹੜਾ ਝੋਨਾ ਬੀਜਿਆ ਜਾਂਦਾ ਹੈ, ਉਹਦੇ ਚੋਂ ਲਗਭਗ 80% ਰਕਬਾ ਇਸੇ ਤਰ੍ਹਾਂ ਖੜੇ ਕਰਚਿਆਂ ਦੇ ਵਿੱਚ ਹੈਪੀ ਸੀਡਰ ਮਸ਼ੀਨ ਵਰਤ ਕੇ ਜਿਹੜੀ ਬਿਜਾਈ ਕੀਤੀ ਗਈ ਹੈ। ਸੋ ਸਾਡੇ ਨਾਲ ਜਿਹੜੇ ਇਸ ਪਿੰਡ ਦੇ ਅਗਾਂਹ ਵਧੂ ਕਿਸਾਨ ਵੀਰ ਜਿਹੜੇ ਕਿ ਇਸ ਤਕਨੀਕ ਦੀ ਵਰਤੋਂ ਕਰ ਰਹੇ ਨੇ ਤੇ ਇਸ ਤਕਨੀਕ ਨੂੰ ਲਾਹੇਵੰਦ ਮੰਨਦੇ ਨੇ, ਸਾਡੇ ਨਾਲ ਮੌਜੂਦ ਨੇ ਸਰਦਾਰ ਭਰਪੂਰ ਸਿੰਘ ਜੀ, ਸਰਦਾਰ ਸੁਖਪਾਲ ਸਿੰਘ ਜੀ ਤੇ ਹੋਰ ਬਹੁਤ ਸਾਰੇ ਜ਼ਿਮੀਂਦਾਰ ਨੇ। ਸੋ ਅਸੀਂ ਬਾਰੋ-ਬਾਰੀ ਇਹਨਾਂ ਦੀ ਜਿਹੜੀ ਹੈ ਗੱਲਬਾਤ ਸੁਣਦੇ ਹਾਂ ਵੀ ਉਹ ਇਸ ਤਕਨੀਕ ਨੂੰ ਕਿਸ ਤਰ੍ਹਾਂ ਸਮਝਦੇ ਨੇ, ਕੀ ਉਹਨਾਂ ਦੇ ਇਸ ਤਕਨੀਕ ਬਾਰੇ ਵਿਚਾਰ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਸੀਂ ਸਰਦਾਰ ਭਰਪੂਰ ਸਿੰਘ ਜੀ ਨਾਲ। ਭਰਪੂਰ ਸਿੰਘ ਜੀ ਦੱਸੋ ਵੀ ਕਿਸ ਤਰ੍ਹਾਂ ਤੁਸੀਂ ਇਸ ਤਕਨੀਕ ਨੂੰ ਮਹਿਸੂਸ ਕਰਦੇ ਹੋ। ਮੈਂ ਜਿਹੜੀ ਖੇਤੀ ਕਰਦਾ ਹੈਪੀ ਸੀਡਰ ਨਾਲ 2 ਸਾਲ ਹੋ ਗਏ ਸਾਨੂੰ ਲਗਾਤਾਰ ਹੈਪੀ ਸੀਡਰ ਨਾਲ ਕਣਕ ਬੀਜਣ ਨੂੰ। ਇਹਦਾ ਝਾੜ ਹੈ ਬਹੁਤ ਵਧੀਆ ਝਾੜ ਨਿਕਲ ਰਿਹਾ ਹੈ, ਬਹੁਤ ਵਧੀਆ ਹੀ ਮਤਲਬ ਫਸਲ ਹੋ ਰਹੀ ਹੈ। ਵਧੀਆ ਦੇਖੋ ਕਣਕ 4 ਸਪੇਰਾ ਦੇਖ ਲਓ ਕਿੰਨੀ ਕਣਕ ਵਧੀਆ ਖੜੀ ਹੈ। ਵੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ, ਸਾਰੇ ਜ਼ਿਮੀਂਦਾਰਾਂ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੀ ਆਪਾਂ ਅੱਗ ਲਾਉਂਦੇ ਹਾਂ ਇਹ ਬਿਲਕੁਲ ਗਲਤ ਹੈ। ਆਪਾਂ ਅੱਗ ਨਾ ਲਾਓ, ਕਿਉਂਕਿ ਆਪਾਂ ਜਿਹੜੀ ਧਰਤੀ 'ਤੇ ਜੀਵ ਜੰਤੂ ਨੇ, ਜਿਹੜੇ ਉਪਜਾਊ ਸ਼ਕਤੀ ਹੈ ਧਰਤੀ ਦੀ, ਉਹ ਖਤਮ ਕਰ ਰਹੇ ਹਾਂ ਅਤੇ ਆਪਣੇ ਜਿਹੜੇ ਦਰਖਤ ਹੈ ਇਹਨਾਂ ਨੂੰ ਵੀ ਖਤਮ ਕਰ ਰਹੇ ਹਾਂ ਅੱਗ ਲਾਉਣਾ। ਇਸ ਕਰਕੇ ਆਪਣੇ ਜਿਹੜਾ ਪ੍ਰਦੂਸ਼ਣ ਹੈ ਬਹੁਤ ਵੱਧਦਾ ਅੱਗ ਲਾਉਣਾ, ਆਪਣੇ ਬੱਚਿਆਂ 'ਤੇ ਵੀ ਅਸਰ ਪੈ ਰਿਹਾ ਅੱਗ ਲਾਉਣਾ। ਇਸ ਕਰਕੇ ਸਾਡੀ ਬੇਨਤੀ ਹੈ ਸਮੂਹ ਜ਼ਿਮੀਂਦਾਰ ਭਰਾਵਾਂ ਨੂੰ ਵੀ ਅੱਗ ਲਾਉਣ ਤੋਂ ਬਚੋ, ਇਸ ਨੂੰ ਇਸੇ ਤਰ੍ਹਾਂ ਵਿੱਚ ਵਾਹ ਕੇ ਹੈਪੀ ਸੀਡਰ ਨਾਲ ਕਣਕ ਬੀਜੋ ਤਾਂ ਕਿ ਵਧੀਆ ਕਣਕ ਝਾੜ ਨਿਕਲਿਆ। ਸਾਡਾ ਤਜਰਬਾ ਹੈ 2 ਸਾਲਾਂ ਤੋਂ ਵਧੀਆ ਝਾੜ ਨਿਕਲਿਆ। ਸਾਨੂੰ ਸੇਧ ਦੇ ਰਹੇ ਨੇ ਕ੍ਰਿਸ਼ੀ ਕੇਂਦਰ ਆਪਣੇ ਖੇੜੀ ਵਾਲੇ ਅਫਸਰ ਸਾਹਿਬਾਨ, ਇਹ ਸਾਨੂੰ ਆ ਕੇ ਬਹੁਤ ਵਧੀਆ ਤਜਰਬਾ ਦੱਸ ਰਹੇ ਨੇ, ਬਹੁਤ ਵਧੀਆ ਸਾਡੀਆਂ ਉਦਾਹਰਨਾਂ ਦੇ ਕੇ ਸਾਨੂੰ ਵਧੀਆ ਮਤਲਬ ਖੇਤੀ ਕਰਨੀ ਸਿਖਾ ਰਹੇ ਨੇ। ਅਸੀਂ ਇਹਨਾਂ ਦੇ ਧੰਨਵਾਦੀ ਹਾਂ, ਇਸ ਕ੍ਰਿਸ਼ੀ ਕੇਂਦਰ ਖੇੜੀ ਵਾਲਿਆਂ ਦੇ, ਜ਼ਿਲ੍ਹਾ ਸੰਗਰੂਰ ਦੇ, ਜਿਨ੍ਹਾਂ ਨੇ ਉਦਮ ਸਦਕਾ ਸਾਡੇ ਪਿੰਡ 'ਚ 80% ਤੋਂ ਜ਼ਿਆਦਾ ਜਿਹੜਾ ਹੈਪੀ ਸੀਡਰ ਨਾਲ ਜਿਹੜੀ ਕਣਕ ਬੀਜੀ ਹੈ ਬਹੁਤ ਹੀ ਵਧੀਆ ਹੈ। ਕੋਈ ਵੀ ਮਤਲਬ ਕੋਈ ਬਿਮਾਰੀ ਨਹੀਂ ਉਸ ਕਣਕ ਨੂੰ
ਨਾ ਹੀ ਰੇ ਦੀ ਕੋਈ ਲੋੜ ਪੈ ਰਹੀ ਹੈ। ਖਾਦ ਬਹੁਤ ਵਧੀਆ ਬਣ ਰਹੀ ਹੈ ਪਰਾਲੀ ਦਾ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਸਾਰੇ ਜ਼ਿਮੀਂਦਾਰਾਂ ਨੂੰ, ਵੀ ਇਹ ਆਪਣਾ ਹੈਪੀ ਸੀਡ ਨਾਲ ਕਣਕ ਬੀਜ ਕੇ ਦੇਖ ਲਓ। 2 ਸਾਲ 1 ਸਾਲ ਤੁਹਾਨੂੰ ਵੱਧ ਝਾੜ ਦੇਊਗਾ, ਔਰ ਕਣਕ ਦਾ ਵੱਧ ਝਾੜ ਨਿਕਲਦਾ ਹੈ ਤੇ ਜੀਰੀ ਦਾ ਵੀ ਇਸ ਨਾਲ ਵੱਧ ਝਾੜ ਨਿਕਲਦਾ ਹੈ। ਸੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਗੁਰਮੀਤ ਸਿੰਘ ਜੀ, ਸਪੁੱਤਰ ਸਰਦਾਰ ਹਰਵਿੰਦਰ ਸਿੰਘ ਜੀ, ਪਿੰਡ ਮੋੜਾ, ਜ਼ਿਲ੍ਹਾ ਸੰਗਰੂਰ। ਕਿਉਂਕਿ ਇਹ ਹੋਣਹਾਰ ਸਪੁੱਤਰ ਨੇ ਸਰਦਾਰ ਹਰਵਿੰਦਰ ਸਿੰਘ ਜੀ ਦੇ, ਤੇ ਇਹ BSc ਖੇਤੀਬਾੜੀ ਦੀ ਜਿਹੜੀ ਆ ਕਰ ਰਹੇ ਨੇ। ਤੇ ਇਸ ਪਿੰਡ ਦੇ ਵਿੱਚ ਇੱਕ ਨੌਜਵਾਨਾਂ ਦੀ ਇਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਕਿ ਇਹਨਾਂ ਨੇ ਵੀ ਜਿਹੜਾ BSc ਦੀ ਪੜ੍ਹਾਈ ਕਰਦੇ ਕਰਦੇ ਉਹਨੂੰ ਜਿਹੜਾ ਨਿੱਜੀ ਤੌਰ ਤੇ ਜਿਹੜਾ ਤਜਰਬਾ ਸ਼ੁਰੂ ਕੀਤਾ ਤੇ ਹੈਪੀ ਸੀਡਰ ਵਾਲੇ ਪਾਸੇ ਜਿਹੜਾ ਇਹ ਮੁੜੇ ਨੇ, ਤੇ ਪਿਛਲੇ ਸਾਲ ਤੋਂ ਇਹ ਹੈਪੀ ਸੀਡਰ ਦੇ ਨਾਲ ਜਿਹੜੀ ਆ ਕਣਕ ਬੀਜਦੇ ਆ। ਸੋ ਆਓ ਜਾਣਦੇ ਆ ਸਰਦਾਰ ਗੁਰਮੀਤ ਸਿੰਘ ਜੀ ਦੇ ਵਿਚਾਰ। ਅਸੀਂ ਪਿਛਲੇ 4 ਸਾਲਾਂ ਤੋਂ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਦੇ ਆ ਰਹੇ ਹਾਂ। ਇਹਦੇ ਨਾਲ ਸਾਨੂੰ ਪਾਣੀ ਦੀ ਬਚਤ ਹੁੰਦੀ ਆ, ਯੂਰੀਏ ਦੀ ਬਚਤ ਹੁੰਦੀ ਆ, ਤੇ ਜਿਹੜੇ ਹੋਰ ਆਪਾਂ ਪਦਾਰਥ ਪਾਉਂਦੇ ਜਿਵੇਂ ਪੋਟਾਸ਼ ਹੋ ਗਿਆ, ਮੈਗਨੀਜ਼ ਹੋ ਗਿਆ, ਇਹਦੀ ਸਪਰੇਅ ਦੀ ਵੀ ਘੱਟ ਵਰਤੋਂ ਪੈਂਦੀ ਆ। ਤੇ ਇਹਦੇ ਨਾਲ ਕਣਕ ਦਾ ਝਾੜ ਹੈ ਜਿਹੜਾ ਉਹ ਬਹੁਤ ਵਧੀਆ ਨਿਕਲਦਾ। ਤੇ ਮੈਂ ਸਾਰੇ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਸਾਰੇ ਲੋਕਾਂ ਨੂੰ ਹੀ ਇਹ ਟਰਾਈ ਕਰਨਾ ਚਾਹੀਦਾ, ਹੈਪੀ ਸੀਡਰ ਨਾਲ ਬਿਜਾਈ ਕਰਨੀ ਚਾਹੀਦੀ ਆ। ਇਹਦੇ ਨਾਲ ਆਪਣਾ ਬਿਜਾਈ ਦਾ ਖਰਚਾ ਵੀ ਘਟਦਾ। ਕਿੱਥੇ ਤਾਂ ਆਪਾਂ ਵਾਹਣ ਨੂੰ 3-4 ਵਾਰ ਵਾਹ ਕੇ ਬੀਜਦੇ ਆ ਤੇ ਉਹਦੇ ਨਾਲ ਪੈਟਰੋਲ ਡੀਜ਼ਲ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਆ। ਹੈਪੀ ਸੀਡਰ ਨਾਲ ਸਿਰਫ 1 ਵਾਰ 'ਚ ਹੀ ਬਿਜਾਈ ਹੋ ਜਾਂਦੀ ਆ ਤੇ ਇਹਦੇ ਨਾਲ ਪਾਣੀ ਦੀ ਬਚਤ ਬਹੁਤ ਵਧੀਆ ਹੁੰਦੀ ਆ। ਮੈਂ ਪਿਛਲੇ 4 ਸਾਲ ਤੋਂ ਲਗਭਗ ਆਪਣੀ ਖੇਤੀ ਹੈ ਜਿਹੜੀ ਝੋਨੇ ਦਾ ਕਣਕ ਦਾ ਸੀਜ਼ਨ ਆ ਉਹ ਹੈਪੀ ਸੀਡਰ ਨਾਲ ਕਰ ਰਹੇ ਹਾਂ। ਇਹਦੇ ਵਿੱਚ ਇਹ ਹੈ ਵੀ ਸਾਨੂੰ ਜਦੋਂ ਹੈਪੀ ਸੀਡਰ ਨਾਲ ਅਸੀਂ ਬੀਜਦੇ ਹਾਂ, ਇੱਕ ਤਾਂ ਸਾਨੂੰ ਮਸ਼ੀਨਰੀ ਦਾ 1 ਵਾਰੀ ਖੇਤ ਵਿੱਚ ਕਣਕ ਤੇ ਦਾਣੇ ਇਕੱਠੇ ਰਲ ਜਾਂਦੇ ਨੇ, ਰੇਹ ਰਲ ਜਾਂਦਾ, ਸਾਡੀ ਸਮੇਂ ਦੀ ਬਹੁਤ ਬਚਤ ਹੁੰਦੀ ਹੈ। ਦੂਜੀ ਗੱਲ ਇਹ ਹੈ ਜਿਹੜਾ ਅਸੀਂ ਪੈਸਟੀਸਾਈਡ ਨਦੀਨਾਂ ਤੋਂ ਕਰਦੇ ਹਾਂ, ਉਹ ਪਰਾਲੀ ਉੱਪਰ ਆ ਜਾਣ ਕਰਕੇ ਨਦੀਨ ਬਿਲਕੁਲ ਖਤਮ ਹੀ ਹੋ ਜਾਂਦੇ ਹੈ। ਲਗਭਗ ਸਾਰੇ ਪੈਸਟੀਸਾਈਡ ਦੀ ਲੋੜ ਹੀ ਨਹੀਂ ਪੈਂਦੀ ਹੈਪੀ ਸੀਡਰ ਵਾਲੀ ਕਣਕ ਦੇ ਵਿੱਚ। ਕਣਕ ਦਾ ਝਾੜ ਇੰਨਾ ਵਧੀਆ ਰਹਿੰਦਾ ਹੈ, ਤੁਸੀਂ ਦੇਖੋਗੇ ਆਲਾ ਦਾਲਾ ਸਾਰਾ ਜਿੰਨਾ ਫਸਲ ਹੈ ਸਾਰੀ ਇਹ ਸਾਡੇ ਪਿੰਡ ਦੇ ਵਿੱਚ 85% ਕਣਕ ਹੈ ਜਿਹੜੀ ਉਹ ਹੈਪੀ ਸੀਡਰ ਨਾਲ ਬੀਜੀ ਗਈ ਹੈ। ਤੇ ਜਿੰਨੇ ਵੀ ਲੋਕਾਂ ਨੇ ਹੈਪੀ ਸੀਡਰ ਨਾਲ ਕਣਕ ਬੀਜੀ ਹੈ ਉਹਨਾਂ ਨੇ ਲਗਭਗ ਪੈਸਟੀਸਾਈਡ ਤਾਂ ਨਾ ਹੀ ਮਾਤਰ ਵਰਤਿਆ, ਬਿਲਕੁਲ ਵੀ ਕਿਤੇ ਵੀ ਨਦੀਨਾਂ ਦਾ ਕੋਈ ਦਾਣਾ ਨਹੀਂ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਇਹ ਤਕਨੀਕ ਅਪਣਾ ਕੇ ਚੰਗੀ ਫਸਲ ਬਣਾਓ, ਵਾਤਾਵਰਨ ਨੂੰ ਬਚਾਓ, ਪ੍ਰਦੂਸ਼ਣ ਰਹਿਤ ਕਰੋ ਤਾਂ ਕਿ ਬਿਮਾਰੀਆਂ ਤੋਂ ਰਹਿਤ ਹੋ ਜਾਈਏ ਤੇ ਆਪਣੇ ਵਾਤਾਵਰਨ ਨੂੰ ਸ਼ੁੱਧ ਕਰੀਏ। ਇਸੇ ਤੇ ਸੁੰਡੀ ਆ ਜਿਹੜੀ ਉਹ ਬਿਲਕੁਲ ਆਮ ਲੋਕ ਕਹਿੰਦੇ ਆ ਵੀ ਜਿਹੜਾ ਸੁੰਡ ਪਰਾਲੀ ਦੇ ਵਿੱਚ ਪੈਂਦਾ ਉਹ ਐਵੇਂ ਵਾਹ ਹੀ ਹੈ, ਕੋਈ ਨਹੀਂ। 1 ਬੂਟੇ 1-2 ਬੂਟਿਆਂ 'ਚ ਹੁੰਦੀ ਹੈ, ਉਹ ਪਹਿਲੇ ਪਾਣੀ ਨਾਲ ਉਹ ਆਪਦੇ ਜਦੋਂ ਪਾਣੀ ਖੜ ਜਾਂਦਾ ਤਾਂ ਉਹਦੇ ਨਾਲ ਆਪ ਹੀ ਖਤਮ ਹੋ ਜਾਂਦੀ ਹੈ। ਸਾਡੇ ਕਿਤੇ ਵੀ ਤੁਸੀਂ ਦੇਖ ਲਓ ਖੇਤਾਂ ਦੇ ਵਿੱਚ ਚਾਰੇ ਪਾਸੇ ਕਿਤੇ ਵੀ ਲਗਭਗ ਸੁੰਡੀ ਦਾ ਕੋਈ ਹਮਲਾ ਨਹੀਂ, ਕੋਈ ਅਸੀਂ ਦਵਾ ਨਹੀਂ ਵਰਤੀ। ਸਭ ਕਣਕ ਸਭ ਬਹੁਤ ਵਧੀਆ ਹੈ, ਜਿਹਦੇ ਨਾਲ ਕੇਅਰ ਵੀ ਬਹੁਤ ਵਧੀਆ ਨਿਕਲਦਾ ਤੇ ਵਾਤਾਵਰਨ ਵੀ ਬਚਦਾ ਹੈ। ਸੋ ਅਸੀਂ ਜਿਹੜਾ ਪਿੰਡ ਮੋੜਾਂ ਦੇ ਕਿਸਾਨਾਂ ਦੇ ਜਿਹੜੇ ਵੱਖ-ਵੱਖ ਕਿਸਾਨਾਂ ਦੇ ਵਿਚਾਰ ਸੁਣੇ ਨੇ ਤੇ ਇਹਨਾਂ ਦਾ ਜਿਹੜਾ ਹੈਪੀ ਸੀਡਰ ਬਾਰੇ ਆਪਾਂ ਤਜਰਬਾ ਜਿਹੜਾ ਉਹ जाने हैं। तो देखा आपने मोडवा गांव की अगर बात की जाए, किसानों में यहाँ पूरी जानकारी है, यानी कैसे अगर हम पराली प्रबंधन अपनाते हैं अपनी लागत को कम कर सकते हैं और साथ ही साथ मुनाफे को भी बढ़ाया जा सकता है। फिलहाल चौपाल चर्चा में वक्त हो चला एक और छोटे से ब्रेक का। आप बने रहिए दूरदर्शन किसान पर। अरे क्या कर रहा है? इधर 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 हम बोल रहे हैं तेरे बीजू का। पुतला बोल रहा है? हाँ, पक्षियों से तो हम खेत को बचा लेते हैं, पर इन घातक रसायनों से कैसे बचाएं? मतलब? देख बेटा, तू जो ये अंधाधुंध रसायन मिलाता है ना, मिट्टी की सेहत बिगड़ने लगी है। और जब माटी ही कमजोर पड़ जाएगी तो उपज कैसे सेहतमंद होगी? अरे पहले ऐसा नहीं था, पूछना अपने बड़े बुजुर्गों से, कैसे फसल लहलहाती थी, शुद्धता झलकती थी। हाँ, माटी भी तंदुरुस्त और लोग भी। पहली वाली बात कहाँ? पर अब तो सभी डाले हैं। सब नहीं, आज भी लाखों जागरूक किसान परंपरागत विधि से फसल उगा रहे हैं। खर्चा कम और उपज की कीमत भी बेहतर पा रहे हैं। ठीक है भाई, मैं भी आज से जैविक खेती शुरू करूंगा। माटी से प्रेम की परंपरा है, परंपरागत खेती। ब्रेक के बाद आप सभी का एक बार फिर स्वागत चौपाल चर्चा में। अब आइए इस जानकारी के सफर को आगे बढ़ाते हैं और चलते हैं गांव की चौपाल पर।
आज मेरे साथ मेरे किसान वीर मेवा सिंह जी बराड़, अमरीक सिंह जी, मेवा सिंह जी बराड़ जो बुर्ज राठी से हैं, अपने गांव में एज ए टीचर भी काम करते हैं और हमारे मानसा ज़िले के मैं ये कह सकता हूँ हमारे हीरो हैं। इन्होंने इस बार हैप्पी में बहुत बढ़िया काम किया है और गांव में अध्यापक होने के कारण लोग इनका कहना भी बहुत मानते हैं। तो इनका जो तजर्बा है वो इनकी ज़ुबानी से ही हम सुनना चाहते हैं। तो मैं जो मेवा सिंह जी बराड़ हैं उनसे विनती करता हूं कि वो अपना जो तजुर्बा है वो हमारे किसान वीर हैं उनके साथ साझा करें। 25 ਏਕੜ ਰਕਬੇ ਤੇ ਖੇਤੀ ਕਰਦਾਗਾ। ਪਿਛਲੇ 3 ਸਾਲਾਂ ਤੋਂ ਲਗਾਤਾਰ ਜੋ ਪਰਾਲੀ ਨੂੰ ਬਿਨਾਂ ਮਚਾਏ ਹੋਏ ਕਣਕ ਬੀਜਣ ਦਾ ਜੋ ਤਜਰਬਾ ਅਸੀਂ ਕਰ ਰਹੇ ਹਾਂ, ਜਿਹਦੇ ਵਿੱਚ ਮੁੱਖ ਤੌਰ ਤੇ ਸਾਡੇ ਕੋਲੇ ਹੈਪੀ ਸੀਡਰ ਟੈਕਨੀਕ ਹੈ ਜੋ ਸਾਨੂੰ ਵਧੀਆ ਲੱਗੀ ਸਭ ਤੋਂ ਔਰ ਸਭ ਤੋਂ ਸਸਤੀ ਲੱਗੀ। ਜਦੋਂ ਵੀ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਹੁੰਦਾ ਹੈ ਤਾਂ ਪਰਾਲੀ ਨੂੰ ਬਚਾਇਆ ਜਾਂਦਾ ਤੇ ਅਸਮਾਨ ਦੇ ਵਿੱਚ ਪੂਰਾ ਧੂਆਂ ਛਾ ਜਾਂਦਾ ਹੈਗਾ, ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਸਾਡੇ ਮਨ 'ਚ ਇਹ ਸੀ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਚੀਜ਼ ਤੋਂ ਬਾਹਰ ਆਈਏ। ਜਿੱਥੇ ਅਸੀਂ ਵਾਤਾਵਰਣ ਨੂੰ ਬਚਾਈਏ ਉੱਥੇ ਅਸੀਂ ਜ਼ਮੀਨ ਦੀ ਜਿਹੜੀ ਸਿਹਤ ਹੈ ਉਹਨੂੰ ਵੀ ਬਣਾਈਏ। ਜੇ ਅਸੀਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਮਿਲਾਉਣ 'ਚ ਕਾਮਯਾਬ ਹੋ ਜਾਂਦੇ ਹਾਂ, ਬਹੁਤ ਸਾਰਾ ਕਾਰਬਨਿਕ ਮਾਦਾ, ਪੋਟਾਸ਼, ਨਾਈਟ੍ਰੋਜਨ ਔਰ ਫਾਸਫੋਰਸ ਜਿਹੜੀਆਂ ਖਾਦਾਂ ਨੇਗੀਆਂ ਉਹ ਜ਼ਮੀਨ ਦੇ ਵਿੱਚ ਉਹਨਾਂ ਦਾ ਵਾਧਾ ਹੋ ਜਾਂਦਾ ਹੈ ਤੇ ਸੂਖਮ ਜੀਵ ਵੀ ਜਿਹੜੇ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਕਰ ਸਕਦੇ ਆ, ਕੁਦਰਤੀ ਤੌਰ ਤੇ ਸਾਡੀ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖ ਸਕਦੇ ਆ। ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਤਕਰੀਬਨ ਪਿਛਲੇ 15 ਸਾਲਾਂ ਤੋਂ PAU ਲੁਧਿਆਣਾ ਤੇ KVK ਮਾਨਸਾ, ਉਸ ਤੋਂ ਪਹਿਲਾਂ KVK ਬਠਿੰਡਾ ਨਾਲ ਵੀ ਅਸੀਂ ਮਤਲਬ ਜੁੜੇ ਰਹੇ ਹਾਂ। ਤਾਂ ਟਾਈਮ ਤੇ ਅਸੀਂ ਜੋ PAU ਲੁਧਿਆਣਾ ਵੱਲੋਂ ਤਕਨੀਕਾਂ ਆਈਆਂ ਪ੍ਰੋਪਰ ਮੈਨੇਜਮੈਂਟ ਖਾਤਰ, ਪਰਾਲੀ ਦੇ ਖਾਤਰ, ਉਹਨਾਂ ਤੇ ਕੰਮ ਕਰਦੇ ਆਏ ਸੀ, ਵੇਖਦੇ ਆਏ ਸੀ। ਸੋ ਇਹਨਾਂ ਦੇ ਵਿੱਚੋਂ ਸਾਨੂੰ ਸਭ ਤੋਂ ਵਧੀਆ ਹੈਪੀ ਸੀਡਰ ਟੈਕਨੀਕ ਹੈ ਜਿਹੜੀ ਉਹ ਸਾਨੂੰ ਲੱਗੀ, ਕਿਉਂਕਿ ਇਹਦੇ ਵਿੱਚ ਕੀ ਹੈ ਵੀ ਇੱਕ ਤਾਂ ਸਾਡਾ ਖਰਚਾ ਜਿਹੜਾ ਜ਼ਮੀਨ ਨੂੰ ਵਾਹੁਣ ਦਾ ਖਰਚਾ ਬਚ ਰਹਿੰਦਾ ਹੈ। ਦੂਸਰਾ ਇਹ ਕਿ ਅਸੀਂ ਟਾਈਮ ਸਿਰ ਬਿਨਾਂ ਪਰਾਲੀ ਨੂੰ ਅੱਗ ਲਾਏ ਟਾਈਮ ਤੇ ਅਸੀਂ ਜਿਹੜੀ ਕਣਕ ਦੀ ਬਿਜਾਈ ਹੈ ਉਹ ਕਰ ਸਕਦੇ ਆਂਗੇ। ਤਾਂ ਪਿਛਲੇ ਸਾਲ ਤਕਰੀਬਨ ਮੇਰੇ ਕੋਲੇ 18 ਏਕੜ ਰਕਬਾ ਜਿਹੜਾ ਹੈਪੀ ਸੀਡਰ ਨਾਲ ਬੀਜਿਆ ਹੋਇਆ ਸੀਗਾ। ਤਾਂ 18 ਏਕੜ ਦੇ ਵਿੱਚੋਂ ਮੇਰਾ ਜਿਹੜਾ ਝਾੜ ਸੀ ਕਣਕ ਦਾ ਉਹ 62 ਮਣ ਪਰ ਏਕੜ ਝਾੜ ਸੀਗਾ। ਉਸ ਦੇ ਨਾਲ ਹੀ ਮੈਂ MB ਪਲੋ ਦੇ ਨਾਲ ਵੀ 3 ਏਕੜ ਤਜਰਬਾ ਕੀਤਾ ਕਿ ਕਿੰਨਾ ਕੁ ਫਰਕ ਪੈਂਦਾ MB ਪਲੋ ਨਾਲ ਕਣਕ ਬੀਜ ਕੇ ਮਤਲਬ ਝਾੜ ਦੇ ਵਿੱਚ। ਤਾਂ ਸਾਡੇ ਉੱਥੇ ਕੀ ਆ ਕਿ 62 ਮਣ ਪਰ ਏਕੜ ਹੀ ਸਾਡਾ ਝਾੜ ਹੈ ਜਿਹੜਾ ਉਹ MB ਪਲੋ ਨਾਲ ਆਇਆ, ਪਰ MB ਪਲੋ ਨਾਲ ਥੋੜਾ ਖਰਚਾ ਜ਼ਿਆਦਾ ਸੀਗਾ, ਹੈਪੀ ਸੀਡਰ ਨਾਲ ਖਰਚਾ ਘੱਟ ਹੈ। ਨਦੀਨ ਹੈ ਜਿਹੜੇ ਉਹ ਵੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਉੱਗਣ ਲਈ ਮਤਲਬ ਕਿ ਲੇਅਰ ਉੱਪਰ ਜਿਹੜੀ ਇੱਕ ਪਰਾਲੀ ਦੀ ਬਣ ਜਾਂਦੀ ਹੈ ਤਾਂ ਨਦੀਨ ਘੱਟ ਹੁੰਦਾ, ਨਦੀਨ ਨਾਸ਼ਕਾਂ ਦਾ ਖਰਚਾ ਬਚਦਾ ਹੈ। ਪਾਣੀ ਦੀ ਜਿਹੜੀ ਖਪਤ ਹੈ, ਪਾਣੀ ਦੀ ਖਪਤ ਵੀ ਘੱਟ ਜਾਂਦੀ ਹੈ, ਪਾਣੀ ਘੱਟ ਸੋਖਦੀ ਹੈ ਜ਼ਮੀਨ। ਸੋ ਹੈਪੀ ਸੀਡਰ ਨਾਲ ਜਿਹੜਾ ਸਾਡਾ ਤਜਰਬਾ ਹੈ ਉਹ ਬਹੁਤ ਵਧੀਆ ਰਿਹਾ। ਤਾਂ ਪਿਛਲੇ ਸਾਲ ਅਸੀਂ ਸਰਕਾਰ ਤੋਂ ਜੋ ਸਬਸਿਡੀ ਸਰਕਾਰ ਨੇ ਦਿੱਤੀ ਹੈ ਪੈਡੀ ਮੈਨੇਜਮੈਂਟ ਖਾਤਰ, ਉਹ ਸਬਸਿਡੀ ਲੈ ਕੇ ਅਸੀਂ 2 ਹੈਪੀ ਸੀਡਰ ਮਸ਼ੀਨਾਂ ਲਈਆਂ। ਪਿੰਡ ਦੇ ਵਿੱਚ ਸਾਡਾ ਗਰੁੱਪ ਬਣਿਆ ਹੋਇਆ ਔਰ ਅਸੀਂ ਦੂਜੇ ਕਿਸਾਨਾਂ ਨੂੰ ਵੀ ਉਹ ਬਹੁਤ ਘੱਟ ਰੈਂਟ ਤੇ ਜਿਹੜਾ ਪ੍ਰੋਵਾਈਡ ਕਰਾ ਰਹੇ ਹਾਂ। ਇਸ ਵਾਰ ਅਸੀਂ MB ਪਲੋ ਵੀ ਉਸੇ ਖਾਤਰ ਹੀ ਲਏ। ਤਾਂ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਸੰਦ ਹੈ ਪਰਾਲੀ ਦੀ ਸਹੀ ਮੈਨੇਜਮੈਂਟ ਖਾਤਰ ਅਸੀਂ ਵਰਤ ਰਹੇ ਹਾਂ। ਜਿੱਥੇ ਅਸੀਂ ਵਾਤਾਵਰਣ ਨੂੰ ਬਚਾ ਰਹੇ ਹਾਂ ਉੱਥੇ ਅਸੀਂ ਆਪਣੀ ਜ਼ਮੀਨ ਹੈ ਜਿਹੜੀ ਉਹਦੀ ਸਿਹਤ ਵੀ ਬਰਕਰਾਰ ਰੱਖ ਰਹੇ ਹਾਂ। ਵਾਤਾਵਰਣ ਨੂੰ ਬਚਾਉਣਾ ਇੱਕ ਦੂਸਰੀ ਗੱਲ ਹੈ। ਸਭ ਤੋਂ ਵੱਡਾ ਫਾਇਦਾ ਕਿਸਾਨ ਨੂੰ ਇਹੀ ਹੁੰਦਾ ਕਿ ਜਿਸ ਜ਼ਮੀਨ ਦੇ ਵਿੱਚੋਂ ਉਹ ਤਕਰੀਬਨ ਹਰ ਸਾਲ 70-80 ਹਜ਼ਾਰ ਰੁਪਏ ਦੀ ਫਸਲ ਪੈਦਾ ਕਰਦਾ ਹੈ ਤਾਂ ਉਹਦੀ ਜਿਹੜੀ ਸਿਹਤ ਹੈ ਜੇ ਬਰਕਰਾਰ ਰਹੂਗੀ ਤਾਂ ਹੀ ਅਸੀਂ ਉਹ ਸਾਨੂੰ ਲੰਮੇ ਟਾਈਮ ਤਾਈਂ ਜਿਹੜਾ ਇੱਕ ਮਤਲਬ ਸਾਡਾ ਸੋਮੇ ਹੈ ਜਿਹੜੇ ਕੁਦਰਤੀ ਸੋਮੇ ਬਚੇ ਰਹਿਣਗੇ। ਸੋ ਇਸ ਤੇ ਦੂਜੇ ਕਿਸਾਨਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਉਹ ਹੈਪੀ ਸੀਡਰ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਤਕਨੀਕਾਂ ਨੇ ਪ੍ਰੋਪਰ ਜਿਹੜਾ ਪਰਾਲੀ ਦਾ ਮੈਨੇਜਮੈਂਟ ਕਰਕੇ ਉਹ ਖੇਤੀ ਕਰਨ, ਆਪ ਦੀ ਸਿਹਤ ਬਚਾਉਣ, ਜ਼ਮੀਨ ਦੀ ਸਿਹਤ ਬਣਾਉਣ ਤੇ ਸਾਡੇ ਦੇਸ਼ ਨੂੰ, ਵਾਤਾਵਰਣ ਨੂੰ ਸਾਫ਼ ਰੱਖਣ, ਪ੍ਰਦੂਸ਼ਣ ਤੋਂ ਬਚਾਉਣ। ਮੈਂ ਤਾਂ ਇਹੀ ਉਹਨਾਂ ਨੂੰ ਰਾਏ ਦੇਵਾਂਗਾ ਕਿ ਉਹ ਇਸ ਤਰ੍ਹਾਂ ਦੀਆਂ ਤਕਨੀਕਾਂ ਜਿਹੜੀਆਂ ਉਹ ਜ਼ਰੂਰ ਅਪਣਾਉਣ ਤੇ ਮਤਲਬ ਆਪਣਾ ਸਾਰਾ ਵਾਤਾਵਰਣ ਸਾਫ਼ ਰੱਖਣ। ਬਹੁਤ ਬਹੁਤ ਧੰਨਵਾਦ। KVK ਮਾਨਸਾ ਦੇ ਰਹਿਨਵਾਈ ਅਸੀਂ ਕਿਸਾਨ ਇਕੱਠੇ ਹੋਏ ਹਾਂ ਡਾਕਟਰ ਭਰਤ ਸਿੰਘ ਦੀ ਰਹਿਨਵਾਈ ਨਾਲ। ਜਿਹੜਾ ਕਿ ਹੈਪੀ ਸੀਡਰ ਹੈ ਇਹਦੇ ਨਾਲ ਕਣਕ ਵਧੀਆ ਬੀਜੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਨਦੀਨ ਨਹੀਂ ਹੁੰਦੇ। ਇਹਦੇ ਬੀਜਣ ਨਾਲ ਪਰਾਲੀ ਹੈ ਜਿਹੜੀ ਉਹ ਵਿੱਚ ਥੱਲੇ ਵੀ ਵਿਛੀ ਜਾਂਦੀ ਹੈ। ਇਹਦੇ ਨਾਲ ਕਰਕੇ ਨਦੀਨ ਨਹੀਂ ਹੁੰਦੇ, ਪਾਣੀ ਘੱਟ ਲੈਂਦੀ ਹੈ, ਵਧੀਆ ਫਸਲ ਹੁੰਦੀ ਹੈ। ਜਿਵੇਂ ਕਿ ਸਾਡੀ ਜਿਹੜੀ ਧਰਤੀ ਆ ਉਹ ਮਾਂ ਹੈ, ਮਾਂ ਦੱਸੀ ਗਈ ਹੈ। ਮਾਂ ਨੂੰ ਜੇ ਅਸੀਂ ਸੰਭਾਲ ਕੇ ਨਹੀਂ ਰੱਖਾਂਗੇ ਤਾਂ ਮਾਂ ਦਾ ਤੁਹਾਨੂੰ ਪਤਾ ਵੀ ਕੀ ਰੁਤਬਾ ਹੁੰਦਾ ਹੈ। ਦੂਜੀ ਮਾਂ ਹੈ ਇਹ ਧਰਤੀ, ਸਾਡੀ ਮਾਂ ਕਿਹਾ ਜਾਂਦਾ ਹੈ। ਪਾਣੀ ਪਵਿੱਤਰ ਧਰਮ ਕਿਹਾ ਜਾਂਦਾ ਹੈ, ਧਰਤੀ ਮਾਤਾ। ਕਿਉਂਕਿ ਜੇ ਧਰਤੀ ਦੀ ਸੰਭਾਲ ਕਰਾਂਗੇ
ਤਾਂ ਹੀ ਆਪਾਂ ਇੱਥੇ ਰਹਿ ਸਕਦੇ ਹਾਂ। ਜਿਵੇਂ ਕਿ ਸਾਹ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਉਸ ਸਮੇਂ ਜਦੋਂ ਅੱਗ ਲਾਈ ਜਾਂਦੀ ਹੈ, ਨੇਕਾ ਚਮੜੀ ਦੇ ਰੋਗ ਹੁੰਦੇ ਨੇ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਛਿੜਦੀਆਂ ਨੇ। ਉਦੋਂ ਇਹ ਪ੍ਰਦੂਸ਼ਣ ਕਰਕੇ ਹਾਲਾਤ ਸਾਰੇ ਖਰਾਬ ਹੋ ਜਾਂਦੇ ਨੇ। ਜੇ ਮੀਂਹ ਪੈਂਦਾ ਤਾਂ ਵਾਤਾਵਰਨ ਠੀਕ ਹੁੰਦਾ ਹੈ, ਤੇ ਇਸ ਕਰਕੇ ਜਿਹੜੇ ਨਦੀਨ ਨੇ ਘੱਟ ਹੁੰਦੇ ਨੇ। ਜਿਵੇਂ ਕਿ ਹੈਪੀ ਸੀਡਰ ਨਾਲ ਅਸੀਂ ਬੀਜਦੇ ਹਾਂ, ਉਹਦਾ ਖਰਚਾ ਕਮ ਹੁੰਦਾ ਹੈ, ਸਮੇਂ ਦੀ ਬਚਤ ਹੁੰਦੀ ਹੈ। ਇਸ ਕਰਕੇ ਕਿ ਜ਼ਿਆਦਾ ਲੇਬਰ ਨਹੀਂ ਪੈਂਦੀ, ਜ਼ਿਮੀਂਦਾਰ ਨੂੰ ਬਚਤ ਹੀ ਬਚਤ ਹੁੰਦੀ ਹੈ। ਤਾਂ ਕਿ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਵੀ ਹੈਪੀ ਸੀਡਰ ਅਪਣਾਓ, ਇਹ ਵਧੀਆ ਕੰਮ ਹੈ कि किसानों के लाहेवंद संद है। किसान वीरों, जैसे आपने देखा मानसा ज़िला के अंदर आज जो किसानों ने अपने व्यू रखे हैं, खास करके मैं ज़्यादा प्रभावित मास्टर जी से हुआ हूँ जो टीचिंग का भी काम करते हैं। और गांव में जब एक टीचर जाग के इस तरह के काम करने लग जाता है तो मुझे उम्मीद होती है कि लोग उसको फॉलो करेंगे। इन्होंने बहुत अच्छा काम किया है। और इस बार मानसा ज़िला के अंदर यदि मैं एज ए होल बात करूं तो मानसा ज़िला के अंदर पराली प्रबंधन के ऊपर सबसे अच्छा काम हुआ है। और उसके मैं ये मानूं कि सूरवीर या रियल हीरोज़ के साथ की बातें आपने सुनी। आपसे अनुरोध करता हूँ कि इनके एक्सपीरियंस को देखते हुए आप लोग भी इसके ऊपर सोचें और आने वाले समय के अंदर क्या हैप्पी सीड टेक्नोलॉजी को हम अडॉप्ट करेंगे तो सबसे बड़ा फ़ायदा तो यही है कि किसान का खर्चा कम होता है। उसके अलावा जो इन्होंने पानी की और नदीनों की जो समस्या के बारे में जिक्र किया कि उससे भी निजात मिलती है। तो मुझे उम्मीद है आने वाले समय में आप इनकी बातों के ऊपर गौर करेंगे और ये चीज़ें हमें स्वस्थ वातावरण के लिए भी उतना ही अच्छा होगा, क्योंकि धुआं नहीं होगा तो पोल्यूशन नहीं होगा। और पोल्यूशन का सोल्यूशन मेरे किसान भाइयों ने आपको बता दिया है। तो देखा आपने किसान कितना जागरूक हैं, और ये जागरूकता सिर्फ गांव में नहीं है बल्कि पंजाब के अलग अलग ज़िलों के अलग अलग गांवों में भी ये जागरूकता फैल रही है और किसान अब पराली प्रबंधन को अपना रहे हैं। फिलहाल आज के लिए चौपाल चर्चा में बस इतना ही। कल भी आपको लेके चलेंगे ऐसे ही अलग अलग गाँव के दौरे पर, लेकिन फिलहाल के लिए दीजिए इजाज़त। नमस्कार। तो देखा आपने किस तरीके से भारत पाकिस्तान सीमा पर सटे गांव भी जो हैं एक संदेश दे रहे हैं पराली प्रबंधन का, यानी जो अवशेष है उसको आपको जलाना नहीं है बल्कि उसके ज़रिए आप अपनी आमदनी को बढ़ा सकते हैं। फिलहाल चौपाल चर्चा में वक्त हो चला आपसे विदा लेने का। फिर हाजिर होंगे नई नई जानकारियों के साथ। तब तक के लिए दीजिए इजाज़त। नमस्कार।